उसकी पहली फिल्म के लिए, डेब्यू फिल्म के लिए उसको बोला गया था कि तुम्हें 1 लाख मिलेगा, अगर तुम कॉम्प्रोमाइज करते हो 2 लोगों के साथ तो तुम्हें 2 लाख दिया जाएगा, 3 लाख देंगे हम पर फिर 5 लोगों के साथ। दे से दैट कास्टिंग काउच वगैरह तो नहीं है कास्टिंग काउच, बट ऐसे चल रहा है, पुराना अपहोल्स्ट्री नहीं है, रीअपहोल्स्टर्ड कास्टिंग काउच है ये। ਮੁੰਬਈ ਸੁਪਨਿਆਂ ਦਾ ਸ਼ਹਿਰ, ਜਿੱਥੇ ਫਿਲਮ ਇੰਡਸਟਰੀ ਨੇ ਪੂਰੇ ਭਾਰਤ ਨੂੰ ਸੁਪਨੇ ਦਿਖਾਏ ਨੇ, ਪਰ ਕੀ ਇਸ ਇੰਡਸਟਰੀ ਵਿੱਚ ਕੰਮ ਕਰਨ ਵਾਲੀਆਂ ਔਰਤਾਂ ਸੁਰੱਖਿਅਤ ਨੇ? ਤੁਹਾਨੂੰ ਯਾਦ ਹੋਵੇਗਾ ਕਿ ਸਾਲ 2017 ਵਿੱਚ ਮੀ ਟੂ ਮੂਵਮੈਂਟ ਦੀ ਸ਼ੁਰੂਆਤ ਹੋਈ ਸੀ। ਬਾਲੀਵੁੱਡ ਤੋਂ ਵੀ ਔਰਤਾਂ ਨੇ ਜਿਨਸੀ ਸ਼ੋਸ਼ਣ ਵਿਰੁੱਧ ਆਵਾਜ਼ ਚੁੱਕੀ ਸੀ ਅਤੇ ਆਪਣੀਆਂ ਕਹਾਣੀਆਂ ਖੁੱਲ੍ਹ ਕੇ ਸਾਂਝੀਆਂ ਕੀਤੀਆਂ ਸਨ। ਹਾਲ ਹੀ ਵਿੱਚ ਦਾਇਰ ਹੇਮਾ ਕਮੇਟੀ ਦੀ ਰਿਪੋਰਟ ਨੇ ਫਿਲਮ ਇੰਡਸਟਰੀ ਵਿੱਚ ਹੋ ਰਹੇ ਸ਼ੋਸ਼ਣ ਨੂੰ ਸਾਹਮਣੇ ਲਿਆ ਕੇ ਇਸ ਮੁੱਦੇ ਨੂੰ ਦੁਬਾਰਾ ਉਜਾਗਰ ਕਰ ਦਿੱਤਾ ਹੈ। ਇਸ ਤੋਂ ਇਹ ਸਵਾਲ ਉੱਠਦਾ ਹੈ ਕਿ ਮੀ ਟੂ ਮੂਵਮੈਂਟ ਨਾਲ ਬਾਲੀਵੁੱਡ ਵਿੱਚ ਕੋਈ ਬਦਲਾਅ ਆਇਆ ਹੈ ਜਾਂ ਕਹਾਣੀ ਅਜੇ ਵੀ ਉਹੀ ਹੈ। I'm not from Bombay. I didn't know anyone here. ਮੈਂ ਮੁੰਬਈ ਤੋਂ ਨਹੀਂ ਹਾਂ, ਮੈਂ ਇੱਥੇ ਕਿਸੇ ਨੂੰ ਨਹੀਂ ਜਾਣਦੀ ਸੀ। ਮੈਂ ਇੱਥੇ ਕੰਮ ਸ਼ੁਰੂ ਕਰਨ ਤੋਂ ਵੀ ਘਬਰਾ ਰਹੀ ਸੀ। ਅਸੀਂ ਇੱਕ ਆਊਟਡੋਰ ਸ਼ੂਟ ਕਰਨਾ ਸੀ। ਸਾਰਾ ਕਰੂ ਇੱਕ ਹੀ ਹੋਟਲ 'ਚ ਠਹਿਰਿਆ ਹੋਇਆ ਸੀ। ਸਾਰੇ ਇੱਕ ਕਮਰੇ 'ਚ ਇਕੱਠੇ ਹੋਏ ਅਤੇ ਹਨੇਰੇ ਕਮਰੇ 'ਚ ਡਾਰਕ ਰੂਮ ਖੇਡਣ ਲੱਗੇ। ਰਾਊਂਡ ਸ਼ੁਰੂ ਹੋਣ ਤੋਂ ਪਹਿਲਾਂ ਜਦੋਂ ਲਾਈਟ ਬੰਦ ਹੋਣ ਹੀ ਵਾਲੀ ਸੀ, ਇੱਕ ਐਕਟਰ ਜੋ ਕਿ ਸਾਊਥ ਇੰਡਸਟਰੀ ਦਾ ਵੀ ਵੱਡਾ ਚਿਹਰਾ ਹੈ, ਮੇਰੇ ਨਾਲ ਬਿਸਤਰੇ 'ਤੇ ਆ ਕੇ ਬੈਠ ਗਿਆ। ਉਸਨੇ ਸਾਡੇ ਦੋਵਾਂ ਦੇ ਉੱਪਰ ਇੱਕ ਕੰਬਲ ਪਾ ਦਿੱਤਾ ਤੇ ਜਿਵੇਂ ਹੀ ਲਾਈਟ ਬੰਦ ਹੋਈ ਉਹ ਮੈਨੂੰ ਛੂਹਣ ਲੱਗਾ। ਮੈਨੂੰ ਸਮਝ ਨਹੀਂ ਆ ਰਹੀ ਸੀ ਕਿ ਮੇਰੇ ਨਾਲ ਕੀ ਹੋ ਰਿਹਾ ਹੈ। ਮੈਂ ਪੂਰੀ ਤਰ੍ਹਾਂ ਫਰੀਜ਼ ਹੋ ਗਈ। ਉਹ ਮੈਨੂੰ ਛੂਹਦਾ ਰਿਹਾ। ਮੈਂ ਹਿੰਮਤ ਇਕੱਠੀ ਕਰਕੇ ਉਸ ਕਮਰੇ ਤੋਂ ਚਲੀ ਗਈ। ਮੈਂ ਨਾ ਨਹੀਂ ਕਹਿ ਸਕੀ, ਮੇਰੇ 'ਚ ਹਿੰਮਤ ਨਹੀਂ ਸੀ। ਕਾਸ਼ ਹੁੰਦੀ। Then I wish I had, but I didn't have the courage to do that. जब मैंने उनको ना बोला और प्यार से ही ना बोला कि वो ऑफेंड ना हो, तो मुझसे नाराज होने लग गए। वो नाराज होते होते इतने नाराज हो गए कि जब शूट हो रहा था और मैं कुछ काम कर रही थी तो मेरे ऊपर इतना चिल्लाए, मुझे समझ नहीं आता ये बात मैं किसको कहूँ, कैसे कहूँ, बुरा ना लग जाए या काम पे इफेक्ट ना आए, ये बस सब सोच के ना मैं चुप हो गई। ਭਾਰਤ ਵਿੱਚ ਮੀ ਟੂ ਦੌਰਾਨ ਤਨੁਸ਼ਰੀ ਦੱਤਾ ਨੇ ਆਪਣਾ ਤਜਰਬਾ ਸਾਂਝਾ ਕਰਕੇ ਸਭ ਨੂੰ ਹੈਰਾਨ ਕਰ ਦਿੱਤਾ ਸੀ। ਸਾਬਕਾ ਮਿਸ ਇੰਡੀਆ ਯੂਨੀਵਰਸ ਰਹੀ ਤਨੁਸ਼ਰੀ ਨੂੰ ਆਪਣੀ ਕਹਾਣੀ ਦੱਸਣ ਵਾਲੀ ਪਹਿਲੀ ਔਰਤ ਕਿਹਾ ਜਾ ਸਕਦਾ ਹੈ। It was very weird, in the first couple of years तो मुझे समझ ही नहीं आ रहा था कि हो क्या रहा है। मुझे बस इतना पता चल रहा था कि हाँ मेरे काम बनते बनते बिगड़ रहे हैं। जो ऊपर से चीज़ है, जो सबको दिखता है कि हाँ बदतमीजी कोई कर रहा है, आपसे इज्जत से बात नहीं कर रहा है, आपको कुछ उल्टा किसी ने बोल दिया, वो एक अलग चीज़ है। वो बंद डेफिनेटली हुई है क्योंकि अभी लोगों को डर है कि कोई एक्ट्रेस बोल देगी। लेकिन जो छुपते छुपाती चीज़ें हो रही थी या हो रही है आज, I don't know. ਵਿਨੀਤਾ ਨੰਦਾ ਜੋ ਕਿ ਡਾਇਰੈਕਟਰ ਅਤੇ ਰਾਈਟਰ ਨੇ, ਉਹਨਾਂ ਨੇ ਵੀ ਆਪਣੀ ਆਵਾਜ਼ ਮੀ ਟੂ ਦੌਰਾਨ ਚੁੱਕੀ ਸੀ ਅਤੇ ਆਪਣੀ ਕਹਾਣੀ ਬਿਆਨ ਕੀਤੀ ਸੀ। जितने भी men were named, सारी सिंपैथी उनके साथ है। वो लोग काम कर रहे हैं, वो बेचारे बन के घूम रहे हैं। और जिन लड़कियों ने बोला था, they are where are they? I'll be honest with you, मैंने 2018 के बाद तो सेट देखा ही नहीं, because this industry has ejected me. Now what happens behind closed doors has become even more dark, because now people gauge कैसी लड़की है, बोलेगी तो नहीं, when they are employing itself at that stage itself, they are judging you for who you will be, whether you will, if something wrong happens, will you open your mouth or not. ਇੰਡਸਟਰੀ ਵਿੱਚ ਕਈ ਬਦਲਾਅ ਦੇਖੇ ਜਾ ਰਹੇ ਨੇ ਅਤੇ ਕਈ ਪਹਿਲ ਕਦਮੀਆਂ ਵੀ ਹੋਈਆਂ ਨੇ। ਹੁਣ ਔਰਤਾਂ ਇਕਜੁੱਟ ਹੋ ਰਹੀਆਂ ਨੇ ਅਤੇ ਸਮੂਹਿਕ ਤੌਰ ਤੇ ਅੱਗੇ ਵਧ ਰਹੀਆਂ ਨੇ। ਔਰਤਾਂ ਨੂੰ ਜਿਨਸੀ ਸ਼ੋਸ਼ਣ ਤੋਂ ਬਚਾਉਣ ਅਤੇ ਉਹਨਾਂ ਨੂੰ ਵਿੱਤੀ ਸਹਾਇਤਾ ਪ੍ਰਦਾਨ ਕਰਨ ਲਈ ਅਤੇ ਉਹਨਾਂ ਨੂੰ ਬਰਾਬਰ ਦੇ ਮੌਕੇ ਦੇਣ ਲਈ ਇੰਡਸਟਰੀ ਵਿੱਚ ਕਈ ਪਹਿਲ ਕਦਮੀਆਂ ਵੀ ਸ਼ੁਰੂ ਕੀਤੀਆਂ ਗਈਆਂ ਨੇ। ਸਾਰੀ ਹਮਦਰਦੀ ਉਹਨਾਂ ਮਰਦਾਂ ਦੇ ਨਾਲ ਹੈ। ਉਹ ਆਪਣਾ ਕੰਮ ਕਰ ਰਹੇ ਨੇ, ਉਹ ਵਿਚਾਰੇ ਬਣ ਕੇ ਘੁੰਮ ਰਹੇ ਨੇ। ਜਿਨ੍ਹਾਂ ਕੁੜੀਆਂ ਨੇ ਬੋਲਿਆ ਸੀ ਉਹ ਕਿੱਥੇ ਨੇ? ਮੈਂ 2018 ਤੋਂ ਬਾਅਦ ਸੈੱਟ ਨਹੀਂ ਦੇਖਿਆ ਕਿਉਂਕਿ ਇਸ ਇੰਡਸਟਰੀ ਨੇ ਮੈਨੂੰ ਰਿਜੈਕਟ ਕੀਤਾ ਸੀ। ਹੁਣ ਜੋ ਬੰਦ ਦਰਵਾਜ਼ਿਆਂ ਦੇ ਪਿੱਛੇ ਹੁੰਦਾ ਹੈ ਉਹ ਹੋਰ ਭਿਆਨਕ ਹੋ ਗਿਆ ਹੈ। ਹੁਣ ਲੋਕ ਜਾਂਚ ਕਰਦੇ ਨੇ ਕਿ ਉਹ ਕਿਹੋ ਜਿਹੀ ਕੁੜੀ ਹੈ। ਉਹ ਕੁਝ ਬੋਲੇਗੀ ਤਾਂ ਨਹੀਂ। ਨੌਕਰੀ ਦੇਣ ਦੀ ਸਟੇਜ ਤੇ ਹੀ ਤੁਹਾਨੂੰ ਜੱਜ ਕਰ ਲਿਆ ਜਾਂਦਾ ਹੈ ਕਿ ਤੁਸੀਂ ਕਿਹੋ ਜਿਹਾ ਵਿਹਾਰ ਕਰੋਗੇ। ਜੇਕਰ ਤੁਹਾਡੇ ਨਾਲ ਕੁਝ ਬੁਰਾ ਹੋ ਜਾਂਦਾ ਹੈ ਤਾਂ ਕੀ ਤੁਸੀਂ ਆਪਣਾ ਮੂੰਹ ਖੋਲੋਗੇ ਜਾਂ ਨਹੀਂ। some kind of solidarity and they will feel hope.
ਭਾਰਤ ਵਿੱਚ ਕੰਮ ਕਰਨ ਵਾਲੀ ਥਾਂ ਤੇ ਔਰਤਾਂ ਵਿਰੁੱਧ ਜਿਨਸੀ ਸ਼ੋਸ਼ਣ ਨੂੰ ਰੋਕਣ ਲਈ ਪੌਸ਼ ਐਕਟ 2013 ਲਿਆਂਦਾ ਗਿਆ ਸੀ। ਉੱਥੇ ਹੀ ਇਸ ਐਕਟ ਅਨੁਸਾਰ ਜਿੱਥੇ ਵੀ 10 ਤੋਂ ਵੱਧ ਸਟਾਫ ਹੁੰਦਾ ਹੈ ਉੱਥੇ ਆਈਸੀ ਵੀ ਹੋਣੀ ਜ਼ਰੂਰੀ ਹੈ। ਆਈਸੀ ਯਾਨੀ ਇੰਟਰਨਲ ਕਮੇਟੀ। ਅਜਿਹੇ ਵਿੱਚ ਹਰ ਇੰਡਸਟਰੀ ਦੀ ਤਰ੍ਹਾਂ ਫਿਲਮ ਇੰਡਸਟਰੀ ਵੀ ਪੌਸ਼ ਦੇ ਦਾਇਰੇ ਵਿੱਚ ਆ ਜਾਂਦੀ ਹੈ। ਹਾਲ ਹੀ ਦੇ ਸਾਲਾਂ ਵਿੱਚ ਇਹ ਦੇਖਿਆ ਗਿਆ ਹੈ ਕਿ ਫਿਲਮ ਇੰਡਸਟਰੀ ਵਿੱਚ ਅਜਿਹੀਆਂ ਹਰਕਤਾਂ ਪ੍ਰਤੀ ਜਾਗਰੂਕਤਾ ਵਧੀ ਹੈ। The doors are not being shut in my face. ਇਸ ਤਰ੍ਹਾਂ ਸ਼ੋਸ਼ਣ ਦੇ ਤਰੀਕੇ ਬਦਲ ਰਹੇ ਹਨ, ਜਿਵੇਂ ਕਿ 2013 ਦੇ ਐਕਟ ਵਿੱਚ ਪਹਿਲਾਂ ਤੋਂ ਹੀ ਲਿਖਿਆ ਹੋਇਆ ਹੈ ਕਿ ਸ਼ੋਸ਼ਣ ਦੇ ਨਵੇਂ ਤਰੀਕੇ ਵੀ ਸਾਹਮਣੇ ਆਉਣਗੇ। That there will be newer ways to harass, and so we have to cover all of that. ਭਾਰਤ ਵਿੱਚ ਮੀ ਟੂ ਮੂਵਮੈਂਟ ਤੋਂ ਬਾਅਦ ਕਈ ਬਦਲਾਅ ਦੇਖੇ ਜਾ ਰਹੇ ਨੇ। ਹੁਣ ਇੰਟੀਮੇਸੀ ਜਾਂ ਅਤਰੰਗ ਸੀਨ ਲਈ ਕੋਆਰਡੀਨੇਟਰ ਵੀ ਨਿਯੁਕਤ ਕੀਤੇ ਜਾ ਰਹੇ ਨੇ। ओल्डर एक्टर वो सीन के फ्लो में आए और उन्होंने फीमेल एक्ट्रेस का चेहरा पकड़ा और उसे किस कर दिया, एंड देन फीमेल एक्ट्रेस वाज ज़ैप्ड कि ये मेरे साथ क्या हुआ, एंड देन शी वेंट इनटू द वैन और वो 1.5 घंटे 2 घंटे तक शी वाज crying and she couldn't contain herself. तो आई थिंक इंटीमेसी कोऑर्डिनेटर्स एज अ जॉब रोल जब इंडस्ट्री में एटलीस्ट एक्सेप्ट होने लगा, एंड अब हो रहा है, जो एंगल है बेटर एनवायरनमेंट क्रिएट करने का, वो फुलफिल होने लग गया। आई हैव सीन चेंज हैपन ऑन ग्राउंड। बहुत लोग हैं जिनको अब इंटीमेसी कोऑर्डिनेशन के बारे में पता है, जिनको अब सेक्सुअल हरासमेंट के बारे में और ज़्यादा पता है, और अब वो सेमिनार में थोड़ा सा ध्यान दे देते हैं क्योंकि उनको पता है कि अगर वो नहीं देंगे तो टू कैरी दैट स्टिग्मा विथ यू अराउंड दैट यू आर समबडी हु हैज़ हैड सेक्सुअल हरासमेंट